ब्रेक तो बाद दर्शकों का स्वागत है। ਅਸੀਂ लगातार चर्चा कर रहे हैं। ਅੱਧਾ ਸਾਲ ਲੰਘ ਗਿਆ ਹੈ ਕਿਸਾਨਾਂ ਦੇ ਅੰਦੋਲਨ ਨੂੰ, ਪਰ ਜਿਹੜੇ ਮਕਸਦ ਨਾਲ ਕਿਸਾਨਾਂ ਵੱਲੋਂ ਇਹ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਉਹ ਅੱਜ ਵੀ ਜਿਉਂਦਾ ਤਿਉਂ ਹੈ, ਯਾਨੀ ਅਧੂਰਾ ਹੈ। ਅੱਜ ਸਿਆਸੀ ਪਾਰਟੀਆਂ ਦਾ ਜਿਹੜੀਆਂ ਪੰਜਾਬ ਦੀਆਂ ਜਿੰਨੀਆਂ ਸਿਆਸੀ ਪਾਰਟੀਆਂ ਨੇ, ਬੀਜੇਪੀ ਦੀਆਂ ਵਿਰੋਧੀ ਪਾਰਟੀਆਂ, ਉਹਨਾਂ ਸਭ ਦਾ ਸਾਥ ਕਿਸਾਨਾਂ ਨੂੰ ਮਿਲਿਆ ਹੈ। ਨਛੱਤਰ ਸਿੰਘ ਵੈਦਵਾਨ ਸਾਡੇ ਨਾਲ ਜੁੜੇ ਨੇ, ਇੱਕ ਕਮੈਂਟ ਉਹਨਾਂ ਤੋਂ ਲੈਣੇ ਆ, ਫਿਰ ਅੱਗੇ ਇਸ ਚਰਚਾ ਨੂੰ ਵਧਾਵਾਂਗੇ। ਵੈਦਵਾਨ ਸਾਹਿਬ, ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ, ਅਕਾਲੀ ਦਲ ਹੋਵੇ, ਕਾਂਗਰਸ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ, ਇਹਨਾਂ ਵੱਲੋਂ ਜੋ ਅੱਜ ਤੁਹਾਨੂੰ ਸਮਰਥਨ ਮਿਲਿਆ ਉਸ ਨੂੰ ਕਿਸ ਲਿਹਾਜ਼ ਨਾਲ ਦੇਖਦੇ ਹੋ? ਧੰਨਵਾਦ ਕਰਦੇ ਹਾਂ ਜੀ ਸਮਰਥਨ ਵਾਸਤੇ। ਪਰ ਨਾਲ ਦੀ ਨਾਲ ਇਹ ਵੀ ਹੈ ਕਿ ਇਹ ਲੋਕ ਬੇਸ਼ੱਕ ਵੱਖ-ਵੱਖ ਪਾਰਟੀਆਂ ਦੇ ਵਿੱਚ ਨੁਮਾਇੰਦਿਆਂ ਦੇ ਤੌਰ ਤੇ ਵਿਚਰਦੇ ਹੈ, ਪਰ ਇਹਨਾਂ ਦੇ ਜਿਹੜੇ ਕਿਸੇ ਦਾ ਖੇਤੀ ਦਾ ਧੰਦਾ, ਕਿਸੇ ਦਾ ਇੰਡਸਟਰੀ ਹੈ ਜਾਂ ਜੋ ਵੀ ਹੈ, ਮਤਲਬ ਸਾਰੇ ਕਾਰੋਬਾਰ ਵੀ ਨਾਲ ਨੇ ਤੇ ਜ਼ਿਆਦਾਤਰ ਲੋਕਾਂ ਦੇ ਖੇਤੀ ਦੇ ਨਾਲ ਜੁੜੇ ਹੋਏ ਨੇ। ਇਸ ਕਰਕੇ ਸਾਡੇ ਨਾਲ ਬੇਸ਼ੱਕ ਉਹ ਦੂਸਰੀ ਪਾਰਟੀਆਂ ਨਾਲ ਅਟੈਚ ਨੇ, ਪਰ ਖੇਤੀ ਦੇ ਬਿੱਲਾਂ ਦਾ ਜੋ ਨੁਕਸਾਨ ਹੈ ਉਹ ਉਹਨਾਂ ਨੂੰ ਵੀ ਨਾਲ ਹੋਣਾ ਹੈ। ਇਸ ਕਰਕੇ ਇਹ ਸਾਡਾ ਇਕੱਲੇ ਕਿਸਾਨਾਂ ਦਾ ਨਹੀਂ, ਕਿਸਾਨਾਂ ਦੇ ਨਾਲ ਜਿਹੜੇ ਵਿਰੋਧੀ ਪਾਰਟੀਆਂ 'ਚ ਬੈਠੇ ਹੈ, ਪਾਰਟੀ ਗਾਈਡਲਾਈਨ ਕਰਕੇ ਜਾਂ ਪਾਰਟੀ ਦੀ ਲਿਮਟਸ ਤੋਂ ਬਾਹਰ ਆ ਕੇ ਉਹ ਬੇਸ਼ੱਕ ਸਿੱਧੇ ਕਿਸਾਨਾਂ ਨਾਲ ਨਹੀਂ ਬੈਠ ਸਕਦੇ, ਪਰ ਨੁਕਸਾਨ ਤਾਂ ਉਹਨਾਂ ਨੂੰ ਵੀ ਹੈਗਾ। ਇਸ ਕਰਕੇ ਉਹ ਵੀ ਸਾਡੇ ਨਾਲ ਸਾਥ ਦੇ ਰਹੇ ਨੇ ਤੇ ਬਿਜ਼ਨਸਮੈਨ ਹੋਰ ਸਾਰੇ ਬੰਦਿਆਂ ਨੂੰ ਇਹ ਖੇਤੀ ਦਾ ਇਫੈਕਟ ਪੈਣਾਗਾ। ਸਭ ਤੋਂ ਬੜੀ ਗੱਲ ਇਹ ਹੈ ਕਿ ਜਦੋਂ ਆਪਾਂ ਨੂੰ ਪਤਾ ਕਿ 65% ਲੋਕਾਂ ਨੂੰ ਖੇਤੀ ਰੁਜ਼ਗਾਰ ਦੇ ਰਹੀ ਹੈ ਤੇ ਰੋਟੀ ਦੇ ਰਹੀ ਹੈ, ਤੇ ਖੇਤੀ ਤੋਂ ਬਿਨਾ ਜ਼ਿੰਦਗੀ ਖੜ ਜਾਏਗੀ, ਸਟੈਂਡ ਸਟਿਲ ਹੋ ਗਈ, ਬੰਦੇ ਦੀ ਜ਼ਿੰਦਗੀ ਲਾਈਫ ਜਿਉਂਦਾ ਨਹੀਂ ਰਹਿ ਸਕਦਾ। ਫਿਰ ਉਸ ਕੰਮ ਦੇ ਉੱਪਰ ਇੰਨੀ ਜ਼ਿਆਦਾ ਦਖਲਅੰਦਾਜ਼ੀ ਕਰਨੀ ਜਾਂ ਉਸ ਕਿੱਤੇ ਨੂੰ ਬਿਲਕੁਲ ਖਤਮ ਕਰਨ ਦੀ ਕਗਾਰ ਤੱਕ ਪਹੁੰਚ ਜਾਣਾ ਸਮਝ ਤੋਂ ਬਾਹਰ ਹੈ ਕਿ ਮੋਦੀ ਸਾਹਿਬ ਦੇ ਕੌਣ ਸਲਾਹਕਾਰ ਨੇ ਜਿਹੜੇ ਇਹੋ ਜਿਹੀਆਂ ਸਲਾਹਾਂ ਦੇ ਕੇ। ਹੁਣ ਵੈਦਵਾਨ ਸਾਹਿਬ, ਤੁਹਾਨੂੰ ਉਮੀਦ ਲੱਗਦੀ ਹੈ, ਹੁਣ ਕੋਈ ਉਮੀਦ ਲੱਗਦੀ ਹੈ ਵੀ ਕੇਂਦਰ ਸਰਕਾਰ ਬੁਲਾਊਗੀ ਗੱਲਬਾਤ ਦੇ ਲਈ? ਬਿਲਕੁਲ ਜੀ, ਜੇ ਸੋਈ ਘਰ ਦਾ ਦੇਖੋ, ਅਸੀਂ ਵੋਟਾਂ ਪਾ ਕੇ ਇਹਨਾਂ ਨੂੰ ਰਾਜ ਸੱਤਾ ਸੰਭਾਲੀ ਹੈ, ਕਾਨੂੰਨ ਬਣਾਉਣ ਸੰਭਾਲੇ ਹੈ। ਅਗਰ ਜੇ ਕਿਸੇ ਦਾ ਦਿਮਾਗੀ ਸੰਤੁਲਨ ਖਰਾਬ ਹੋ ਜਾਵੇ ਤਾਂ ਪਰਿਵਾਰ ਦੇ ਜਿਹੜੇ ਮੈਂਬਰ ਹੈ ਉਹਨਾਂ ਦਾ ਫਰਜ਼ ਹੈ ਕਿ ਉਹਨੂੰ ਠੀਕ ਰਾਹ ਲਿਆਉਣ ਦੇ ਬਾਅਦ ਹਰ ਇੱਕ ਕੋਸ਼ਿਸ਼ ਕਰਨ, ਹਰ ਇੱਕ ਸੰਭਵ ਇਲਾਜ ਕਰਾਉਣ। ਤੇ ਇਸੀ ਇਲਾਜ ਦੇ ਤੌਰ ਤੇ ਇਹ ਦਿਖਾ ਰਹੇ ਹੈ ਕਿ ਇੰਨੀ ਪਬਲਿਕ ਇਹਨਾਂ ਕਾਨੂੰਨਾਂ ਕਰਕੇ ਤੰਗ ਹੈ, ਇੰਨੇ ਲੋਕ ਕਿਸਾਨਾਂ ਦੇ ਨਾਲ ਨੇ, ਇਸ ਕਰਕੇ ਤੁਸੀਂ ਆਪਣਾ ਸਹੀ ਤਵਾਜ਼ਨ ਤੇ ਆਓ ਤੇ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਦਿਓ। ਠੀਕ ਹੈ। ਸਾਡੇ ਨਾਲ ਹੋਰ ਪਾਰਟੀਆਂ ਤੋਂ ਮਹਿਮਾਨ ਜੁੜੇ ਹੋਏ ਨੇ। ਬੀਜੇਪੀ ਤੋਂ ਵੀ ਅਸੀਂ ਰਿਐਕਸ਼ਨ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਕੋਈ ਬੀਜੇਪੀ ਦਾ ਨੁਮਾਇੰਦਾ ਜੁੜਿਆ ਤਾਂ ਉਸ ਤੋਂ ਜ਼ਰੂਰ ਅਸੀਂ ਜਿਹੜਾ ਹੈ ਰਿਐਕਸ਼ਨ ਲਵਾਂਗੇ। ਅਰਸ਼ਦੀਪ ਕਲੇਰ ਸਾਹਿਬ ਜੁੜੇ ਹੈ। ਕਲੇਰ ਸਾਹਿਬ, ਕਿਸਾਨ ਜਿਸ ਤਰੀਕੇ ਨਾਲ ਕਹਿ ਰਹੇ ਹੈ, ਤੁਹਾਡੀ ਤੇ ਭਾਈਵਾਲ ਪਾਰਟੀ ਹੈ, ਤੁਸੀਂ ਤੇ ਜ਼ਿਆਦਾ ਚੰਗੀ ਤਰ੍ਹਾਂ ਉਹਨਾਂ ਦੀ ਰਮਜ ਜਾਣਦੇ ਹੋ। ਸੰਯੁਕਤ ਕਿਸਾਨ ਮੋਰਚਾ ਚਿੱਠੀ ਵੀ ਲਿਖ ਚੁੱਕਿਆ, ਵਾਰ-ਵਾਰ ਜਿਹੜੀ ਹੈ ਉਹ ਗੱਲ ਹੁੰਦੀ ਹੈ ਕਿ ਪ੍ਰਧਾਨ ਮੰਤਰੀ ਇੱਕ ਫੋਨ ਕਾਲ ਤੇ ਮੌਜੂਦ ਨੇ, ਪਰ ਉਹ ਫੋਨ ਕਾਲ ਅੱਜ ਤੱਕ ਹੋਈ ਨਹੀਂ। ਔਰ ਹੁਣ ਜੋ ਚਿੱਠੀ ਲਿਖੀ ਹੈ ਜਾਂ ਜਿਸ ਤਰੀਕੇ ਦਾ ਵਤੀਰਾ ਹੈ, ਰਵੱਈਆ ਹੈ, ਕੀ ਤੁਹਾਨੂੰ ਲੱਗਦਾ ਹੈ ਹੁਣ ਗੱਲਬਾਤ ਅੱਗੇ ਵਧੂਗੀ? ਬਰਾੜ ਸਾਹਿਬ, ਦੇਖੋ, ਸਾਡੇ ਭਾਈਵਾਲ ਰਹੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਔਰ ਜਿਹੜੀ ਵਾਜਪਾਈ ਸਾਹਿਬ ਦੀ ਬੀਜੇਪੀ ਸੀ ਉਹ ਸਮੇਂ ਬੜੇ ਵਧੀਆ ਸੀ, ਉਦੋਂ ਭਾਈਵਾਲਾਂ ਤੋਂ ਪੁੱਛ ਕੇ ਸਾਰਾ ਕੁਝ ਕਰਿਆ ਜਾਂਦਾ ਸੀ। ਹੁਣ ਦੀ ਜਿਹੜੀ ਬੀਜੇਪੀ ਆ ਉਹ ਥੋੜੀ ਡਿਕਟੇਟਰਸ਼ਿਪ ਵਾਲਾ, ਸਿਰਫ ਇੱਕ ਦੋ ਬੰਦੇ ਉੱਥੇ ਫੈਸਲੇ ਲੈਂਦੇ ਨੇ ਤੇ ਨੀਚੇ ਜਿੰਨੀ ਬੀਜੇਪੀ ਦੀ ਰੈਂਕ ਇਨ ਫਾਈਲ ਹੈ ਸਿਰਫ ਉਹ ਫੈਸਲਿਆਂ ਨੂੰ ਜਸਟੀਫਾਈ ਕਰਦੀ ਹੈ। ਸੋ ਬੀਜੇਪੀ ਸਰਕਾਰ ਨੂੰ ਮੈਂ ਅੱਜ ਵੀ ਕਹੂੰਗਾ ਕਿ ਇੱਕ ਮੌਕਾ ਹੈ, ਕਿਉਂਕਿ ਇੰਨੀ ਬਦਨਾਮੀ ਤੋਂ ਬਾਅਦ ਵੀ ਅੱਜ ਮੋਦੀ ਸਾਹਿਬ ਕੋਲ ਇੱਕ ਮੌਕਾ ਹੈ, ਮਹਾਮਾਰੀ ਦੇ ਦੌਰ ਦੇ ਵਿੱਚ ਹੀ ਆਪਣੀ ਆਕੜ ਛੱਡ ਦੇਣ ਔਰ ਕਾਨੂੰਨ ਵਾਪਸ ਕਰ ਲੈਣ। ਇਹਦੇ ਵਿੱਚ ਇਸ ਤਰੀਕੇ ਨਾਲ ਡੈਮੋਕ੍ਰੇਸੀ ਨਹੀਂ ਚੱਲਦੀ। ਡੈਮੋਕ੍ਰੇਸੀ ਦਾ ਸਭ ਤੋਂ ਜਿਹੜਾ ਇੰਪੋਰਟੈਂਟ ਪਿਲਰ ਹੁੰਦਾ ਉਹ ਕੋਰਸ ਕਰੈਕਸ਼ਨ ਹੁੰਦਾ। ਜੇ ਆਪਾਂ ਨੂੰ ਲੱਗਦਾ ਕਿ ਆਪਾਂ ਗਲਤ ਰਾਹ ਤੇ ਤੁਰ ਪਏ ਆ ਤਾਂ ਰਾਹ ਸਹੀ ਕਰਨ ਦੇ ਵਿੱਚ ਕੋਈ ਹੇਠੀ ਨਹੀਂ ਹੋ ਜਾਂਦੀ। ਪਰ ਮੇਰੇ ਇੱਕ ਕੁਝ ਸਵਾਲ ਪੰਜਾਬ ਦੇ ਨੁਮਾਇੰਦਿਆਂ ਨੂੰ ਵੀ ਨੇ, ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਨੇ, ਔਰ ਮੈਂ ਚਾਹੂੰਗਾ ਕਿ ਤੁਹਾਡੇ ਚੈਨਲ ਦੇ ਉੱਤੇ ਦੇਣੇ, ਜਵਾਬ ਨਹੀਂ ਦਿੰਦੇ ਨਾਰਾਜ਼ ਹੋ ਜਾਂਦੇ ਨੇ। ਮੈਂ ਗੱਲ ਪੁੱਛਣੀ ਚਾਹੁੰਦਾ ਕਿ ਪੰਜਾਬ ਸਰਕਾਰ ਦੇ ਪਹਿਲਾਂ ਤਾਂ ਕੈਬਨਿਟ ਮੰਤਰੀ ਤ੍ਰਿਪਤਰਿੰਦਰ ਬਾਜਵਾ ਕਿਸਾਨ ਅੰਦੋਲਨ ਤੇ ਕਰੋਨਾ ਨੂੰ ਜੋੜ ਦਿੰਦੇ ਨੇ, ਫਿਰ ਮੁੱਖ ਮੰਤਰੀ ਜੋੜ ਦਿੰਦੇ ਨੇ। ਮੇਰਾ ਬਲੀਆਵਾਲਾ ਸਾਹਿਬ ਨੂੰ ਸਵਾਲ ਹੈ ਕਿ ਕੀ ਉੱਥੇ ਜਿੰਨੇ ਸਿੰਘੂ ਟਿਕਰੀ ਬਾਰਡਰ ਦੇ ਉੱਤੇ ਪੰਜਾਬ ਸਰਕਾਰ ਨੇ ਕੋਈ ਵਿਵਸਥਾ ਕੀਤੀ ਕਿਸੇ ਨੂੰ ਵੈਕਸੀਨੇਟ ਕਰਨ ਦੀ? ਦੂਜਾ ਸਵਾਲ ਇਹ ਹੈਗਾ ਕਿ 477 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਔਰ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਅਸੀਂ ਮੁਆਵਜ਼ਾ ਵੀ ਦੇਵਾਂਗੇ ਤੇ ਨੌਕਰੀ ਵੀ ਦੇਵਾਂਗੇ। ਸਿਰਫ 100 ਪਰਿਵਾਰਾਂ ਨੂੰ ਮੁਆਵਜ਼ਾ ਮਿਲਿਆ, ਨੌਕਰੀ ਨਹੀਂ ਮਿਲੀ। ਬਾਕੀਆਂ ਨੂੰ ਨਾ ਨੌਕਰੀ ਮਿਲੀ ਨਾ ਮੁਆਵਜ਼ਾ ਮਿਲਿਆ। ਉਹਦੇ ਬਾਰੇ ਇਹਨਾਂ ਨੇ ਕੀ ਕਹਿਣਾ ਹੈ ਉਹ ਵੀ ਚੈਨਲ ਦੇ ਉੱਤੇ ਸਪਸ਼ਟ ਕਰਨ। ਤੀਸਰਾ ਮੇਰਾ ਵੱਡਾ ਸਵਾਲ ਹੈ, ਠੀਕ ਹੈ, ਮੈਂ ਅਗਰ ਪੰਜਾਬ ਦਾ ਮੁੱਖ ਮੰਤਰੀ ਹੋਵੇ, ਔਰ मैं एक मिनट विजयपाल जी सिर्फ एक मिनट
ਪੰਜਾਬ ਦਾ ਮੁੱਖ ਜੀ, ਜੀ। ਮੰਤਰੀ ਹੋਵੇ ਔਰ ਪੰਜਾਬ ਖੇਤੀਬਾੜੀ ਦਾ ਮੋਹਰੀ ਸੂਬਾ ਹੋਵੇ, ਕੀ ਚਿੱਠੀ ਪੱਤਰੀ ਗੱਲ ਹੋਊਗੀ? ਇੱਕ ਦਿਨ ਤਾਂ ਨਿਕਲਣ ਪ੍ਰਧਾਨ ਮੰਤਰੀ ਨਾਲ ਜਾ ਕੇ ਗੱਲ ਕਰਨ। ਇਹ ਕਿਉਂ ਆਪਣੇ ਘਰ ਦੇ ਵਿੱਚੋਂ ਬਹਿ ਕੇ ਚਿੱਠੀ ਪੱਤਰ ਖੇਡ ਰਹੇ ਨੇ? ਜਿੱਦਣ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲਦੇ ਨੇ ਉਦੋਂ ਕਹਿੰਦੇ ਨੇ ਕਿ ਮੈਂ ਤਾਂ ਸਿਰਫ ਨੈਸ਼ਨਲ ਸਿਕਿਉਰਿਟੀ ਨੂੰ ਡਿਸਕਸ ਕੀਤਾ, ਖੇਤੀ ਨੂੰ ਡਿਸਕਸ ਨਹੀਂ ਕੀਤਾ। ਔਰ ਆਮ ਆਦਮੀ ਪਾਰਟੀ ਨੇ ਸਵਾਲ ਚੱਕਿਆ। ਮੈਂ ਆਮ ਆਦਮੀ ਪਾਰਟੀ ਨੂੰ ਬਾਹਲਾ ਕੁਝ ਨਹੀਂ ਕਹਿੰਦਾ ਕਿਉਂਕਿ ਇਹ ਇਕੱਲੇ ਬਿਆਨ ਦਿੰਦੇ ਨੇ। ਮੈਂ ਇੱਕ ਗੱਲ ਕਹਿਣਾ ਕਿ ਉਹ ਕਿੱਥੇ ਹੈ ਕੇਜਰੀਵਾਲ, ਜਿਹੜਾ ਛੋਟੀ ਗੱਲਾਂ ਤੇ ਐਲਜੀ ਦਾ ਘਰ ਘੇਰ ਕੇ ਬਹਿ ਜਾਂਦਾ। ਅੱਜ ਮੋਦੀ ਸਾਹਿਬ ਦਾ ਘਰ ਘੇਰਨ ਲਈ ਕਿਉਂ ਨਹੀਂ ਨਿਕਲਦੀ ਆਮ ਆਦਮੀ ਪਾਰਟੀ? ਕਿਸ ਗੱਲ ਤੋਂ ਡਰ ਲੱਗਦਾ ਇਹਨਾਂ ਨੂੰ? ਸੋ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨੇ ਜੋ ਹਿੱਸਾ ਪਾਉਣਾ ਸੀ ਪਾਇਆ। ਕਾਂਗਰਸ ਕੋਲੇ ਮੈਂ ਬਾਤ ਚਾਹੂੰਗਾ। ਠੀਕ ਹੈ ਤੁਹਾਡੀ ਗੱਲ ਆ ਗਈ। ਫਿਰ ਆਪਾਂ ਜ਼ਿਆਦਾ ਲੰਬਾ ਨਹੀਂ, ਸਾਰਿਆਂ ਤੋਂ ਕਮੈਂਟ ਲੈਣੇ ਆ। ਅਹਿਬਾਬ ਗਰੇਵਾਲ ਸਾਹਿਬ, ਤੁਸੀਂ ਸੁਣਿਆ ਹੋਣਾ ਸਵਾਲ, ਮੈਂ ਰਿਪੀਟ ਨਹੀਂ ਕਰਦਾ। ਮੈਂ ਸੁਣ ਲਿਆ ਬਰਾੜ ਸਾਹਿਬ ਜੀ ਜੀ। ਗੱਲ ਸਿਰਫ ਇੰਨੀ ਕਹਿ ਕਿ ਦੇਖੋ ਅਸੀਂ ਬਾਰ-ਬਾਰ ਇੱਕ ਗੱਲ ਕਹਿ ਰਹੇ ਹਾਂ ਕਿ ਅਸੀਂ ਹਰ ਤਰੀਕੇ ਨਾਲ ਤਿਆਰ ਹਾਂ। ਜੇ ਦੋ ਸਾਂਸਦ ਜਿਨ੍ਹਾਂ ਨੇ ਮੋਦੀ ਸਾਹਿਬ ਨੂੰ ਉਹਨਾਂ ਦੇ ਪ੍ਰੋਗਰਾਮ ਦੇ ਦੌਰਾਨ ਘੇਰਿਆ, ਉਹ ਭਗਵੰਤ ਮਾਨ ਤੇ ਸੰਜੇ ਸਿੰਘ ਸੀ। ਜੀ ਜੀ ਜੀ, ਠੀਕ ਹੈ ਨਾ ਜੀ। ਜੇ ਉਹਨਾਂ ਦੋਵਾਂ ਨੇ ਘੇਰਿਆ, ਜੇ ਪ੍ਰਧਾਨ ਮੰਤਰੀ ਨੂੰ ਜਾ ਕੇ ਕਿਹਾ ਕਿ ਆ ਕਾਲੇ ਕਾਨੂੰਨ ਵਾਪਸ ਲਓ, ਸੋ ਪਹਿਲੀ ਗੱਲ ਤਾਂ ਆ। ਦੂਜੀ ਗੱਲ ਬਰਾੜ ਸਾਹਿਬ, ਮੈਂ ਗੱਲ ਪੁੱਛਣੀ ਚਾਹੂੰਗਾ, ਮੈਨੂੰ ਬੜੇ ਮਾਣਯੋਗ ਪਾਰਟੀਆਂ ਦੇ ਨੁਮਾਇੰਦੇ ਨੇ ਮੈਨੂੰ ਇਹ ਦੱਸ ਦੇਣ ਕਿ ਹਰਿਤ ਕ੍ਰਾਂਤੀ ਤੋਂ ਬਾਅਦ ਪੰਜਾਬ ਦੇ ਵਿੱਚ ਕਿਸਾਨੀ ਨੂੰ ਬਿਹਤਰ ਕਰਨ ਲਈ ਕਿਹੜੀ ਸਰਕਾਰ ਨੇ ਇੱਕ ਵੀ ਕਦਮ ਚੱਕਿਆ? ਇੱਕ ਵੀ ਕਦਮ ਦਾ ਨਾਮ ਲੈ ਦੇਣ, ਅਸੀਂ ਮੰਨਣ ਨੂੰ ਤਿਆਰ ਹਾਂ। ਤੀਜੀ ਰਹੀ ਗੱਲ, ਮੈਂ ਬੀਜੇਪੀ ਦੇ ਪ੍ਰਵਕਤਾ ਤੇ ਤੁਸੀਂ ਬਾਰ-ਬਾਰ ਜਵਾਬ ਮੰਗਦੇ ਹੋ, ਮੈਨੂੰ ਬੜਾ ਦਿਲ ਦੁਖਿਆ, ਮੇਰਾ ਦਿਲ ਦੁਖਿਆ। ਸਰ ਮੁਕਾ ਲੈਂਦੇ ਠੀਕ ਹੈ। ਮੈਂ ਆਊਟ ਆਫ ਟਰੈਕ ਹੋ ਜਾਂਦੀ ਗੱਲ ਮੁਕਾ ਲੈਂਦੇ ਗੱਲ ਮੁਕਾ ਲੈਂਦੇ ਹੋ। ਮੈਨੂੰ ਸੁਣ ਰਿਹਾ ਸੀਗਾ ਉਹ ਕਿਸਾਨ ਨਹੀਂ ਤੁਸੀਂ ਇੱਕ ਸੈਕਿੰਡ ਰੁਕ ਜਾਓ। ਹਾਂਜੀ, ਕਿਸਾਨ ਜਥੇਬੰਦੀਆਂ ਵਾਲੇ ਭਾਈ ਸਾਹਿਬ ਕਹਿੰਦੇ ਕਿ 470 ਕਿਸਾਨ ਸ਼ਹੀਦ ਹੋਏ ਨੇ। ਮੈਨੂੰ ਇੰਨਾ ਤਕਲੀਫ ਹੋਈ ਸੁਣ ਕੇ ਕਿ ਉਹਨਾਂ ਨੇ ਕਿਹਾ ਕਿ ਦੇਖੋ 470 ਕੀ 2.5 ਲੱਖ ਬੰਦਾ ਤਾਂ ਕਰੋਨਾ 'ਚ ਹੀ ਮਰ ਗਿਆ, ਤਾਂ ਕੀ ਕਿੱਦਾਂ ਨੰਬਰ ਆ ਗਿਆ 137 ਤੋਂ? ਸੋ ਇੱਕ ਬਹੁਤ ਹੀ ਇਨਸੈਂਸਿਟਿਵ ਕਿਸਮ ਦੀ ਸਰਕਾਰ ਹੈ, ਇਨਸੈਂਸਿਟਿਵ ਕਿਸਮ ਦੀ ਡਿਕਟੇਟੋਰੀਅਲ ਸਰਕਾਰ ਹੈ। ਤੇ ਇਹਨਾਂ ਨੂੰ ਇਹ ਟੈਸਟ ਕਰ ਰਹੇ ਨੇ ਕਿਸਾਨਾਂ ਦਾ ਸਟੈਮਿਨਾ ਕਿ ਕਿੰਨੀ ਦੇਰ ਕਿਸਾਨ ਲੜ ਸਕਦੇ, ਕਿੰਨੀ ਦੇਰ ਅੱਗੇ ਲੰਬੇ ਚੱਲ ਸਕਦੇ ਆ। ਤੇ ਇਹ ਜਿਹੜੀ ਗੱਲ ਹੈ, ਇਹਦੇ ਲਈ ਸਰਕਾਰ ਕੇਂਦਰ ਦੀ ਤੇ ਸਟੇਟ ਦੀ ਇਕੁਅਲੀ ਰਿਸਪੌਂਸਿਬਲ ਹੈ। ਤੇ ਜੇ ਜਿਹੜੀ ਕਿਸਾਨੀ ਪੰਜਾਬ ਦੀ ਰਹੀ ਹੈ, ਜੇ ਬਿਜਲੀ ਫ੍ਰੀ ਦੇ ਇੱਕ ਬਹੁਤ ਵੱਡਾ ਕੀ ਕਹਿੰਦੇ ਮੈਡਲ ਤੁਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਉਹ ਠੀਕ ਨਹੀਂ ਹੈ। ਪੰਜਾਬ ਦੀ ਕੋਆਪਰੇਟਿਵ ਸੁਸਾਇਟੀਆਂ ਤਬਾਹ ਹੋਈਆਂ। 22 ਅਦਾਰੇ ਨੇ, 5 ਗ੍ਰੇਨ, 5 ਸੱਤ ਫਲ, ਫੂਡ, ਐਗਰੋ ਬੇਸਡ, ਜੋ ਕੁਝ ਜਿਨ੍ਹਾਂ ਦਾ ਕੰਮ ਸੀ ਕਿਸਾਨਾਂ ਦੀ ਮਦਦ ਕਰਨਾ, ਉਹਨਾਂ ਨੂੰ ਬਣਾ ਕੇ ਕੀ ਰੱਖਤਾ? ਪ੍ਰੋਕਿਉਰਮੈਂਟ ਏਜੰਸੀਆਂ। ਤੇ ਉਹਨਾਂ ਅਦਾਰਿਆਂ ਨੇ ਚਲੋ ਠੀਕ ਹੈ। ਆਪਾਂ ਲੰਬਾ ਇਸ ਚ ਜ਼ਿਆਦਾ ਬਹੁਤ ਜ਼ਿਆਦਾ ਡੀਪਲੀ ਨਹੀਂ ਜਾਂਦੇ ਕਿਉਂਕਿ ਅੱਜ ਮੁੱਦਾ ਜਿਹੜਾ ਹੈਗਾ ਉਹ ਕਿਸਾਨਾਂ ਨੂੰ 6 ਮਹੀਨੇ ਹੋ ਗਏ। ਮੈਂ ਕਾਂਗਰਸ ਪਾਰਟੀ ਤੋਂ ਇੱਕ ਕਮੈਂਟ ਲੈ ਲਾਂ ਜੀ। ਪ੍ਰਿਤਪਾਲ ਜੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਆ, ਫਿਰ ਮੈਂ ਆਉਂਗਾ ਤੁਹਾਡੇ ਕੋਲੇ। ਪ੍ਰਿਤਪਾਲ ਜੀ, ਮੈਂ ਬੇਸਿਕਲੀ ਸਵਾਲ ਜਿਹੜੇ ਨੇ ਅਰਸ਼ਦੀਪ ਕਲੇਰ ਹੋਰਾਂ ਨੇ ਤੁਹਾਡੇ ਤੇ ਚੱਕੇ ਨੇ ਕਿ ਇਸ ਵੇਲੇ ਕਾਂਗਰਸ ਪਾਰਟੀ ਕੀ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਖੁਦ ਅੱਗੇ ਹੋ ਕੇ ਕਿਉਂ ਇਨੀਸ਼ੀਏਟਿਵ ਨਹੀਂ ਲੈ ਰਹੇ ਕਿ ਕੇਂਦਰ ਨਾਲ ਉਹ ਪ੍ਰਧਾਨ ਮੰਤਰੀ ਨੂੰ ਮਿਲਣ, ਗੱਲ ਕਰਨ ਜਾ ਕੇ? ਕਾਂਗਰਸ ਦਾ ਵੱਡੇ ਕੱਦ ਦੇ ਆਗੂ ਨੇ ਔਰ ਮਾਮਲਾ ਸੌਟ ਆਊਟ ਕਰਵਾਉਣ ਦੇ ਵਿੱਚ ਆਪਣਾ ਯੋਗਦਾਨ ਦੇ ਸਕਦੇ ਨੇ। ਮੈਂ ਬੇਨਤੀ ਕਰਦਾ ਕਿ ਬੰਦੀਆਂ ਤੋਂ ਕਹਾ ਦੇਣ ਕਿ ਕੈਪਟਨ ਅਮਰਿੰਦਰ ਸਿੰਘ ਲੀਡ ਕਰਕੇ ਇਸ ਚੀਜ਼ ਦੀ ਗੱਲ ਕਰੇ ਤੇ ਕੈਪਟਨ ਅਮਰਿੰਦਰ ਸਿੰਘ ਸਵੇਰੇ ਹੀ ਤਿਆਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਰਨਗੇ। 15 ਜੂਨ ਨੂੰ ਹੀ ਜਦੋਂ ਇਹ ਆਰਡੀਨੈਂਸ ਆਇਆ ਉਦੋਂ ਵੀ ਪ੍ਰਧਾਨ ਮੰਤਰੀ ਨੂੰ ਲਿਖਤਾ ਸੀ, ਤੇ ਹੁਣ ਜਿਹੜੀ ਲਾਸਟ ਨੀਤੀ ਆਯੋਗ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਵੀ ਪ੍ਰਧਾਨ ਮੰਤਰੀ ਨੂੰ ਇਹ ਗੱਲ ਆਖੀ ਕਿ ਮੇਰਾ ਕਿਸਾਨ ਉੱਥੇ ਬੈਠਾ ਵਾ ਤੇ ਉਹਨਾਂ ਨਾਲ ਗੱਲ ਕਰੋ। ਤੇ ਅੱਜ 6 ਮਹੀਨੇ ਇਸ ਗੱਲ ਦੇ ਵੀ ਹੋਏ ਆ ਕਿ ਪਿਛਲੀ 26 ਨਵੰਬਰ ਨੂੰ ਜਦੋਂ ਹਰਿਆਣੇ ਜਾਂਦੇ ਸਾਡੇ ਕਿਸਾਨਾਂ ਦੇ ਡਾਂਗ ਫੇਰੀ ਸੀ ਹਰਿਆਣਾ ਦੀ ਸਰਕਾਰ ਨੇ, ਤੇ 6 ਮਹੀਨੇ ਹੋ ਗਏ ਮਨੋਹਰ ਲਾਲ ਖੱਟਰ ਨਾਲ ਹਜੇ ਤੱਕ ਕੈਪਟਨ ਅਮਰਿੰਦਰ ਸਿੰਘ ਨੇ ਰਾਬਤਾ ਕਾਇਮ ਤੱਕ ਵੀ ਨਹੀਂ ਕੀਤਾ, ਜਦੋਂ ਕਿ ਨਾਲ ਦੀ ਸੂਬੇ। ਚਲੋ ਮੈਂ ਮਾੜਾ ਜਿਹਾ ਤੁਹਾਨੂੰ ਰੋਕਣਾ ਚਾਹੂੰਗਾ। ਸਾਡੇ ਨਾਲ ਸੁਰਜੀਤ ਜਿਆਨੀ ਜੁੜ ਗਏ ਨੇ। ਬੀਜੇਪੀ ਦਾ ਰਿਐਕਸ਼ਨ ਬਹੁਤ ਜ਼ਰੂਰੀ ਹੈ ਕਿਉਂਕਿ ਸਾਰਾ ਜਿਹੜਾ ਮਸਲਾ ਹੈ ਵਰਸਸ ਬੀਜੇਪੀ ਹੈ, ਵਰਸਸ ਸੈਂਟਰ ਗਵਰਨਮੈਂਟ ਹੈ। ਜਿਆਨੀ ਸਾਹਿਬ, ਇਸ ਵੇਲੇ ਅੱਜ ਦਾ ਜੋ ਪ੍ਰੋਟੈਸਟ ਹੈ ਤੁਸੀਂ ਦੇਖਿਆ ਹੋਣਾ, ਕਿਸਾਨਾਂ ਨੇ ਕਾਲੇ ਝੰਡੇ ਲਹਿਰਾਏ ਨੇ। ਤੁਸੀਂ ਖੁਦ ਕਿਸਾਨ ਹੋ, ਹਰ ਇੰਟਰਵਿਊ ਦੇ ਵਿੱਚ ਹਰ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਇਹ ਜ਼ਰੂਰ ਕਹਿੰਦੇ ਹੋ ਕਿ ਮੈਂ ਵੀ ਕਿਸਾਨ ਹਾਂ ਔਰ ਬੜੀ ਚੰਗੀ ਤਰ੍ਹਾਂ ਸਮਝਦਾ। ਸੋ ਇਸ ਵੇਲੇ ਜਿਸ ਤਰੀਕੇ ਦਾ ਮਾਹੌਲ ਹੈ, ਹਰ ਬੰਦਾ ਡਰਦਾ ਹੈ ਆਪਣੇ ਘਰੋਂ ਬਾਹਰ ਦੇਖਣ ਲੱਗਿਆ ਵੀ, ਔਰ ਉਦੋਂ ਜਦੋਂ ਸੜਕਾਂ ਤੇ ਲੋਕ ਆਉਂਦੇ ਨੇ ਐਡੀ ਵੱਡੀ ਗਿਣਤੀ ਦੇ ਵਿੱਚ ਤਾਂ ਉਸ ਮਾਹੌਲ ਨੂੰ ਸਮਝਣਾ ਹੋਰ ਜ਼ਿਆਦਾ ਸੈਂਸਿਟਿਵ ਹੋ ਜਾਂਦਾ ਮੈਨੂੰ ਲੱਗਦਾ। ਬਰਾੜ ਸਾਹਿਬ, ਮੈਨੂੰ ਤਾਂ ਆਪ ਨਹੀਂ ਸਮਝ ਆ ਰਹੀ ਜੀ। ਮੇਰਾ ਕਹਿਣਾ ਹੈ ਕਿ ਸਾਰੇ ਜਿੰਨੇ ਵੀ ਜਥੇਬੰਦੀਆਂ ਜਾਂ ਮੇਰੇ ਪੰਜਾਬ ਦੇ, ਹਰਿਆਣਾ ਦੇ, ਉੱਤਰ ਪ੍ਰਦੇਸ਼, ਪੂਰੇ ਹਿੰਦੁਸਤਾਨ ਦੇ ਲੋਕਾਂ ਨੇ
ਵੀ ਇੱਕ ਗੱਲ ਵਿਰੋਧ ਵਾਸਤੇ ਵਿਰੋਧ ਨਾ ਕਰਨ, ਘੱਟੋ ਘੱਟ ਦਿਮਾਗ ਨਾਲ ਸੋਚ ਕੇ ਦੇਖਣਾ ਹੈ ਕਿ ਵੀ ਇਹ ਕਾਨੂੰਨਾਂ ਦੇ ਵਿੱਚ ਨੁਕਸ ਹੈ ਕੀ, ਇਹ ਕਾਨੂੰਨ ਹੈ ਕੀ। ਇਹ ਕਾਨੂੰਨ ਕਿਸੇ ਨੂੰ ਕੋਈ ਪ੍ਰਤੀਬੰਧ ਨਹੀਂ ਕਰ ਰਹੇ ਵੀ ਤੁਸੀਂ ਇਹ ਜ਼ਰੂਰੀ ਇਹ ਚੀਜ਼ ਕਰਨੀ ਹੈ। ਕੰਟੈਕਟ ਫਾਰਮਿੰਗ ਹੈ, ਅਸੀਂ ਅੱਜ ਤੋਂ ਨਹੀਂ ਆਦਿ ਕਾਲ ਤੋਂ ਕਰ ਰਹੇ ਹਾਂ। ਕੰਟੈਕਟ ਫਾਰਮਿੰਗ ਜਿਹੜਾ ਕਿਸਾਨ ਕਰਦਾ ਹੈ ਉਹਦੇ ਵਾਸਤੇ ਹੈ ਵੀ ਆਹ ਕਾਨੂੰਨ ਹੈ, ਵਪਾਰੀ ਨੂੰ ਆਹ ਹੈ ਤੇ ਵਪਾਰੀ ਜਿਹੜਾ ਠੇਕੇਦਾਰ ਹੈ ਉਹਨੂੰ ਆਹ ਹੈ ਤੇ ਕਿਸਾਨ ਨੂੰ ਆਹ ਹੈ। ਉਹ ਅਗਰ ਦੇਖੋਗੇ ਤਾਂ ਉਹਦੇ ਵਿੱਚ ਕਿਸਾਨ ਦਾ ਹਿੱਤ ਜਿਹੜਾ ਹੈ ਉਹ ਜ਼ਿਆਦਾ ਪੂਰਿਆ ਹੋਇਆ ਹੈ। ਬਾਕੀ ਜੇ ਮੰਡੀਆਂ ਦੀ ਗੱਲ ਕਰੋ, ਅੰਦਰ ਵਿੱਚੋਂ ਬਾਹਰ ਇਹ ਸਾਰੀ ਗੱਲਾਂ ਇਹ ਕਿਸਾਨ ਜਥੇਬੰਦੀਆਂ, ਮੈਂ 15 ਸਾਲ ਮਿਨਿਸਟਰ ਰਿਹਾ, ਉਹ ਜਿਹੜੀ ਹੁੰਦੀ ਸੀ ਵੀ ਕਿਸਾਨਾਂ ਨੂੰ ਆਜ਼ਾਦ ਕਰੋ ਜੀ, ਕਿਸਾਨਾਂ ਦੇ ਖਾਤੇ 'ਚ ਪੈਸੇ ਸਿੱਧੇ ਜਾਣੇ ਚਾਹੀਦੇ ਜੀ, ਸਾਨੂੰ ਜਿਹੜਾ ਕਿਸਾਨ। ਚਲੋ ਹੁਣ ਤਾਂ ਇਸ ਤੇ ਬਹਿਸ ਬਹੁਤ ਹੋ ਚੁੱਕੀ ਹੈ, ਉਹ ਤਾਂ ਜੇ ਇਸ ਤੇ ਸਹਿਮਤੀ ਬਣਨੀ ਹੁੰਦੀ ਤੇ ਬਣ ਜਾਂਦੀ ਜਾਨੀ ਸਾਹਿਬ। ਹੁਣ ਤੇ ਪਤਾ ਹੈ ਕਿ ਇਸ ਚੀਜ਼ ਤੇ ਤਾਂ ਬਣਨੀ ਨਹੀਂ, ਕਿਉਂਕਿ ਮੇਰੀ ਗੱਲ ਸੁਣੋ, ਤੁਹਾਡੀ ਹੀ ਸਰਕਾਰ ਨੇ ਆਪਸ਼ਨ ਦਿੱਤੀ ਸੀ ਨਾ ਕਿ ਅਸੀਂ 1.5 ਸਾਲ ਲਈ ਇਹਨਾਂ ਕਾਨੂੰਨਾਂ ਨੂੰ ਰੋਕ ਲੈਣੇ ਆ, ਇਹਨਾਂ ਕਾਨੂੰਨਾਂ ਨੂੰ ਸਸਪੈਂਡ ਕਰ ਲੈਣੇ ਆ। ਸੋ ਦੈਟ ਮੀਨਸ ਸਰਕਾਰ ਵੀ ਕਿਤੇ ਨਾ ਕਿਤੇ ਤਾਂ ਇਹ ਸਮਝ ਗਈ ਕਿ ਮੰਨ ਗਈ ਕਿ ਹਾਂ ਜਿਹੜੀਆਂ ਕਮੀਆਂ ਹੈਗੀਆਂ ਅਸੀਂ ਦੂਰ ਕਰ ਦਾਂਗੇ, ਪਰ ਉਸ ਤੋਂ ਬਾਅਦ ਮੁੜ ਕੇ ਮੀਟ ਗਈ ਰੁਕ ਗਈਆਂ। ਹੁਣ ਘੱਟੋ ਘੱਟ ਉਸ ਗੱਲਬਾਤ ਨੂੰ ਮੈਂ ਤੁਹਾਡੇ ਤੋਂ ਬੜਾ ਸਿੱਧਾ ਸਵਾਲ ਪੁੱਛਦਾ ਕਿ ਗੱਲਬਾਤ ਚੱਲਣੀ ਜ਼ਰੂਰੀ ਹੈ ਕਿ ਨਹੀਂ, ਤੁਸੀਂ ਸਮਝਦੇ ਹੋ? ਬਰਾੜ ਸਾਹਿਬ, ਮੈਂ ਨਿਰੋਲ ਕਿਸਾਨ, ਬਰਾੜ ਸਾਹਿਬ ਜੀ ਮੈਂ ਨਿਰੋਲ ਕਿਸਾਨ ਹਾਂ, ਨਿਰੋਲ ਕਿਸਾਨ। ਮੇਰਾ ਕੋਈ ਧੰਦਾ ਨਾ ਪੰਪ ਹੈ, ਨਾ ਸੈਲਰ ਹੈ, ਨਾ ਸਕੂਲ ਹੈ, ਨਾ ਕਾਰਖਾਨਾ, ਕੋਈ ਨਹੀਂ ਹੈ। ਮੈਂ ਕਹਿਣਾ ਚਾਹੁੰਦਾ ਵੀ ਇਹ ਕਾਨੂੰਨ 20 ਸਾਲ ਪਹਿਲੇ ਆਣੇ ਚਾਹੀਦੇ ਸੀ। ਇਹਦੇ 'ਚ ਅਡਾਣੀ ਅਬਾਣੀ ਦਾ ਕੀ ਮਤਲਬ ਹੈ? ਕਿਹੜੇ ਕਿਸਾਨ ਦੀ ਜ਼ਮੀਨ ਕੌਣ ਲੈ ਸਕਦਾ ਹੈ? ਇੱਕ ਬਿਨਾਂ ਵਜ੍ਹਾ ਜਿਹੜਾ ਇੱਕ ਇਸ਼ੂ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ। ਗਿਆਨੀ ਸਾਹਿਬ ਕਾਨੂੰਨ ਪਸੰਦ ਹੋਣਗੇ, ਬਹੁਤ ਕਿਸਾਨ ਜਿਹੜੇ ਵੱਡੀ ਤਾਦਾਦ ਦੇ ਉਹਨਾਂ ਨੂੰ ਨਹੀਂ ਪਸੰਦ ਹੈਗੇ, ਉਹ ਕਹਿ ਰਹੇ ਆ ਕਿ ਤੁਸੀਂ ਸਾਡੀ ਗੱਲ ਨਹੀਂ ਹੈ, ਤੁਸੀਂ ਪਸੰਦ ਨਾ ਕਰੋ, ਨਾ ਮੰਨੋ, ਤੁਹਾਨੂੰ ਕੋਈ ਫੋਰਸ ਨਹੀਂ ਕਰ ਰਿਹਾ। ਪਰ ਇਸ ਵੇਲੇ ਹੁਣ ਇਸ ਵੇਲੇ ਜਦੋਂ ਗੱਲ ਵਿਚਾਲੇ, ਹੁਣ ਜਦੋਂ ਹਜ਼ਾਰਾਂ ਦੀ ਗਿਣਤੀ 'ਚ ਉਹ ਬਾਰਡਰ ਤੇ ਬੈਠੇ ਨੇ, ਤਾਂ ਇਸ ਵੇਲੇ ਘੱਟੋ ਘੱਟ ਦੇਖੋ ਜਿਹੜੀ ਸਰਕਾਰ ਹੁੰਦੀ ਹੈ ਉਹ ਸਰਕਾਰ ਕਿਸੇ ਇੱਕ ਵਰਗ ਦੀ ਨਹੀਂ ਹੁੰਦੀ, ਉਹ ਸਰਕਾਰ ਕੱਲੇ ਕਿਸਾਨ ਦੀ ਨਹੀਂ ਹੁੰਦੀ, ਉਹ ਸਰਕਾਰ ਕੱਲੇ ਦਲਿਤ ਵਰਗ ਦੀ ਨਹੀਂ ਹੁੰਦੀ, ਉਹ ਕਿਸੇ ਹੋਰ ਸ਼ਹਿਰੀ ਜਿਹੜੇ ਲੋਕ ਨੇ ਨੌਕਰੀ ਪੇਸ਼ਾ ਨੇ ਉਹਨਾਂ ਦੀ ਨਹੀਂ, ਸਰਕਾਰ ਸਭ ਦੀ ਹੁੰਦੀ ਹੈ। ਔਰ ਜਦੋਂ ਮੁਸੀਬਤ ਆਉਂਦੀ ਹੈ ਉਦੋਂ ਸਾਰੇ ਲੋਕਾਂ ਤੇ ਆਉਂਦੀ ਹੈ। ਅੱਜ ਦੀ ਡੇਟ 'ਚ ਜੋ ਸਥਿਤੀ ਹੈ ਉਦੋਂ ਜਾ ਕੇ ਸਰਕਾਰ ਦਾ ਫਰਜ਼ ਵੱਡੇ ਸੰਦਰਭ ਦੇ ਵਿੱਚ ਬਣ ਜਾਂਦਾ ਹੈ ਕਿ ਜੇ ਸਾਡਾ ਕੋਈ ਇੱਕ ਵਰਗ ਕਿਸੇ ਜਗ੍ਹਾ ਤੇ ਬੈਠਾ, ਅਸੀਂ ਉਸ ਮਸਲੇ ਨੂੰ ਇੱਕ ਵਾਰੀ ਸੌਟ ਆਊਟ ਕਰਕੇ ਇਹਨਾਂ ਨੂੰ ਘਰੋਂ ਘਰੀ ਭੇਜੀਏ, ਫਿਰ ਅੱਗੇ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਚੱਲਦੀਆਂ ਰਹਿੰਦੀਆਂ। ਸੋ ਗੱਲ ਇਨੀਸ਼ੀਏਟਿਵ ਲੈਣ ਦੀ ਹੈ ਇਸ ਵੇਲੇ। ਬਰਾੜ ਸਾਹਿਬ, ਸਰਕਾਰ ਨੇ ਚਾਰੋਂ ਪਾਸੇ ਰਸਤੇ ਖੋਲਤੇ, ਚਾਰੋਂ ਪਾਸੇ ਜੀ ਸਰਕਾਰ ਨੇ ਚਾਰੋਂ ਪਾਸੇ ਖੋਲਤੇ। ਸਰਕਾਰ ਨੇ ਕਿਹਾ ਜੋ ਸੋਧ ਕਰਾਣੀ ਕਰਾ ਲਓ, ਇਹਦੇ ਵਿੱਚ ਕਮੀ ਤੁਹਾਨੂੰ ਲੱਗਦੀ ਹੈ ਜਿਹੜੀ ਦੂਰ ਕਰ ਦਿੰਨੇ ਆ। ਨਾਲੇ ਵੀ ਕਹਿਤਾ ਅਗਰ ਤੁਸੀਂ ਕਾਨੂੰਨ ਰੱਦ ਜਿਹੜਾ ਹੈ, ਹੱਥ ਜੋੜ ਕੇ ਪ੍ਰਾਰਥਨਾ ਕਰਦੀ ਵੀ ਕਾਨੂੰਨ ਰੱਦ ਅਸੀਂ ਕਰ ਨਹੀਂ ਸਕਦੇ, ਸਾਡੀ ਮਜਬੂਰੀ ਹੈ। ਔਰ ਇਹਦੇ ਵਾਸਤੇ ਇਹਨਾਂ ਨੇ ਇਹ ਕਹਿਤਾ ਅਸੀਂ 2-2.5 ਸਾਲ ਹੋਲਡ ਕਰ ਲੈਂਦੇ ਆ, ਆਪਾਂ ਕਮੇਟੀ ਬਣਾ ਦਿੰਨੇ ਆ, ਕਮੇਟੀ और टाइम लेना चाहे तो ले ले, और जो कमेटी जो अच्छा सुझाव देगी वो पा लेंगे। और जथेबंदियों कहता भी किसान हित दे विच चंगी प्रपोजल जो किसान दा हित जो किसान दा भला हो सकता है, पर सानू गल देखनी पैनी है कि किसानी दा इस गल नाल हल नहीं होना। किसानी ਦਾ ਹੱਲ ਉਦੋਂ ਹੋਣਾ ਹੈ ਜੇ ਕ੍ਰਿਸ਼ੀ ਨੀਤੀ ਬਣੇਗੀ। कृषि प्रधान देश है साडा, कृषि सूबा है नहीं हुण साडे कृषि थोड़ियां गल्लां तुसी जेड़ी गल कर रहे हो जी, ठीक आप ओ सब नूं पता है कि की होया की नहीं होया, पर 4 महीने तो जेड़ी हुण गलबात रुकी पई है ओनू किसे सिरे लाउणा कि नहीं लाउणा, बड़ी सीधी जी गल। देखो जी ਅਸੀਂ ਹੁੰਨੇ ਆ ਜੱਟ, ਅਸੀਂ मैं जात आ ते जੱਟ, ਅਸੀਂ गन्ना नहीं देंदे, गुड़ दी भेली दे दिंदे आ। ਇਹ ਅੜੀ ਦੇ ਸਵਾਲ ਆ ਗਿਆ, ਅੜੀ ਦਾ ਹੁਣ ਮੁੱਛ ਦਾ ਸਵਾਲ ਇਹਦੇ ਵਿੱਚ। ਅਸੀਂ ਤਾਂ ਪਹਿਲੇ ਦਿਨ ਕਿਹਾ ਸੀ ਇਹ ਮੁੱਛ ਦਾ ਸਵਾਲ ਹੋ ਗਿਆ, ਕਿਸਾਨਾਂ ਨੇ ਮੁੱਛ ਦਾ ਸਵਾਲ ਬਣਾ ਕੇ ਰਾਜਨੀਤੀ ਆਪਦੀ ਪਾਰਟੀਆਂ ਦੀ ਰੋਟੀ ਸੇਕਣ ਵਾਸਤੇ ਆਪਦੀ ਸਾਰੇ ਤੰਦੂਰ ਤੱਪਿਆ ਕਿਸਾਨਾਂ ਦਾ। ਸਾਰੇ ਵੋਟ ਰੂਪੀ ਰੋਟੀ ਸੇਕਣਾ ਚਾਹੁੰਦੇ ਨੇ, ਭਾਵੇਂ ਕਾਂਗਰਸ ਹੋਵੇ। ਮੈਂ ਕਾਂਗਰਸ ਵਾਲੀਅਲ ਸਾਹਿਬ ਤੁਹਾਡੇ ਨਾਲ ਬੈਠੇ ਹੈ ਜੀ, ਔਰ ਮੈਂ ਵਾਲੀਅਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਆਪਾਂ ਜਦੋਂ ਮਨਮੋਹਨ ਸਿੰਘ ਜੀ ਸੀਗੇ ਪ੍ਰਧਾਨ ਮੰਤਰੀ, ਕੈਪਟਨ ਸਾਹਿਬ ਸੀ, ਸਾਰੀ ਗੱਲਾਂ ਇਹ ਤਾਂ ਕਰਦੇ ਸੀਗੇ, ਇਹ ਗੱਲਾਂ ਕਰਦੇ ਸੀ ਵੀ ਆਪਾਂ ਜਿਹੜਾ ਹੈ ਵੀ ਬੈਦਵਾਨ ਸਾਹਿਬ ਤੋਂ ਇੱਕ ਕਮੈਂਟ ਲੈ ਲਾਂ, ਫਿਰ ਇਹਨਾਂ ਤੋਂ ਵੀ ਜਿਹੜੀ ਗੱਲ ਤੁਸੀਂ ਕੀਤੀ। ਬੈਦਵਾਨ ਸਾਹਿਬ, ਜਾਨੀ ਸਾਹਿਬ ਨੂੰ ਤੁਸੀਂ ਸੁਣ ਲਿਆ ਹੋਣਾ, ਤੁਹਾਡਾ ਰਿਐਕਸ਼ਨ? ਸੁਣਿਆ ਤਾਂ ਘੱਟ ਜਿਹੀ ਆਵਾਜ਼ ਕੱਟ ਗਈ ਸੀ, ਪਰ ਮੈਂ ਇਹ ਸ਼ਖਸੀਅਤਾਂ ਬਾਰੇ ਦੱਸ ਦੇਵਾਂ। ਗਿਆਨੀ ਸਾਹਿਬ ਨੂੰ ਤਾਂ ਇਹ ਨਹੀਂ ਪਤਾ ਕਿ ਉਹ ਕੀ ਕਰ ਰਹੇ, ਕਿਸਾਨਾਂ ਦੇ ਹੱਕ 'ਚ ਬੋਲ ਰਹੇ ਆ ਸਰਕਾਰ ਦੇ 'ਚ। ਜਿੱਥੇ ਤੱਕ ਅਮਰਿੰਦਰ ਸਿੰਘ ਜੀ ਦਾ ਸਵਾਲ ਹੈ, ਜਿਹੜਾ ਬੰਦਾ ਇੱਥੋਂ ਉੱਠ ਕੇ ਪਟਿਆਲੇ ਆਪਣੀ ਰਿਹਾਇਸ਼ ਤੇ ਰੋਜ਼ ਇਹ ਧਰਨੇ ਹੋ ਰਹੇ ਨੇ, ਰੋਡ ਸੰਘਰਸ਼ ਕਮੇਟੀ ਵਾਲਿਆਂ ਨੂੰ 2 ਮਹੀਨੇ ਲਗਭਗ ਬੈਠੇ ਨੂੰ ਹੋ ਜਾਣੇ,
ਉਗਰਾਹਾਂ ਸਾਹਿਬ ਨੂੰ ਅਪੀਲਾਂ ਦਾ ਕਰੀ ਜਾਂਦੇ ਕਿ ਤੁਸੀਂ ਉੱਥੇ ਧਰਨਾ ਨਾ ਲਾਓ, ਜਿਹੜੇ ਬੈਠੇ ਕਦੇ ਸੁਣਨ ਗਏ। ਮੋਦੀ ਸਾਹਿਬ ਨੇ 7 ਸਾਲਾਂ ਦੇ ਵਿੱਚ ਕਦੇ ਕਿਸਾਨਾਂ ਨੂੰ ਬੁਲਾਇਆ, ਅਸੀਂ ਕਈ ਵਾਰ ਉਹਨਾਂ ਤੋਂ ਟਾਈਮ ਮੰਗਿਆ। ਖੱਟਰ ਸਾਹਿਬ ਸਾਨੂੰ ਕਹਿੰਦੇ ਆ ਤੁਸੀਂ ਆਪਣਾ ਇਹ ਜਿਹੜਾ ਪ੍ਰੋਸੈਸ ਹੈ ਇਹਨੂੰ ਬੰਦ ਕਰ ਦਿਓ ਤੁਸੀਂ, ਤੇ ਬਾਅਦ ਦੇ ਵਿੱਚ ਸਸਪੈਂਡ ਕਰਕੇ ਦੁਬਾਰਾ ਧਰਨਾ ਲਾ ਲਿਓ। ਮੈਂ ਖੱਟਰ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜਿਹੜੀ ਤੁਹਾਡੀ ਬੀਜੇਪੀ ਫੇਲ ਹੋ ਗਈ, ਕੋਵਿਡ 'ਚ ਫੇਲ ਹੋ ਗਈ, ਕਾਨੂੰਨਾਂ 'ਚ ਫੇਲ ਹੋ ਗਈ, ਜਿਹੜੀ ਬੇਸਮਝੀ ਨਾਲ ਚਾਰੇ ਜਿਹਨੇ ਬੀਜੇਪੀ ਥੱਲੇ ਲਾਤੀ, ਤੁਸੀਂ ਇਹ ਜਿਹੜੇ ਸਰਕਾਰ ਦੇ ਮੰਤਰੀ ਇਹਨਾਂ ਨੂੰ ਸਸਪੈਂਡ ਕਰਕੇ ਨਵੇਂ ਚਿਹਰੇ ਲਿਆਓ ਮੂਹਰੇ। ਤੁਹਾਡੇ ਕੋਲ 303 ਬੰਦਾ ਹੈਗਾ, ਤੁਸੀਂ 100 ਬੰਦਾ ਅੱਜ ਸ਼ਾਮ ਨੂੰ ਬਦਲ ਦਿਓ, ਸਰਕਾਰ ਤਾਂ ਫੇਰ ਵੀ ਬੀਜੇਪੀ ਦੀ ਰਹਿਣੀ ਹੈ। ਲੇਕਿਨ ਜਿਹੜਾ ਪਿੰਡਾਂ 'ਚ ਭਾਈਚਾਰਾ ਖਤਮ ਕਰਤਾ, ਜੋ ਇਸ ਵਕਤ ਕੈਬਨਿਟ ਬਣੀ ਹੋਈ ਹੈ, ਉਸ ਕੈਬਨਿਟ ਨੇ ਪਿੰਡਾਂ ਦੇ ਵਿੱਚ ਜਿਹੜਾ ਹੇਠਲਾ ਬੀਜੇਪੀ ਦਾ ਤਬਕਾ ਗਾ, ਜਿਹੜੇ ਸਾਡੇ ਭਰਾ ਰੋਜ਼ ਮਿਲਣ ਗਿਲਣ ਵਾਲੇ ਹੈ, ਉਹਨਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਬੰਦ ਕਰਤਾ। ਔਰ ਭਾਈਚਾਰਕ ਕਿਸਾਨ ਦੇ ਵਿੱਚ ਬਹੁਤ ਵੱਡੀ ਤਰੇੜ ਪਾਤੀ। ਮੈਂ ਬੀਜੇਪੀ ਨੂੰ ਬਾਕੀ ਛੱਡੋ ਕਾਨੂੰਨ ਇਹ ਰਿਕੁਐਸਟ ਕਰਦਾ ਕਿ ਜਿਹੜੀ ਲੀਡਰਸ਼ਿਪ ਇਸ ਵਕਤ ਸੈਂਟਰ 'ਚ ਪਾਰਲੀਮੈਂਟ 'ਚ ਰਾਜ ਕਰ ਰਹੀ ਹੈ, ਕੈਬਨਿਟ ਰੈਂਕ ਹੈ, ਉਹ ਸਾਰਿਆਂ ਨੂੰ ਬਦਲ ਦਿਓ ਤਾਂ ਕਿ ਬੀਜੇਪੀ ਵੀ ਰਹਿ ਜਾਵੇ, ਸ਼ਮੂਲੀਅਤ ਵੀ ਰਹਿ ਜਾਵੇ, ਲੋਕ ਵੀ ਸੁਖੀ ਰਹਿਣ। ਨਵੇਂ ਸਿਰੇ ਮੋਡਰੇਟ ਕਰਨਾ ਚਾਹ ਰਹੇ ਸੀ, ਫਿਰ ਜੈਨੀ ਸਾਹਿਬ ਤੋਂ ਇਸ ਦਾ ਜਵਾਬ ਲਊਂਗਾ। ਆਪਣੇ ਕੋਲ ਸਮਾਂ ਘੱਟ ਹੈ। ਪ੍ਰਿਤਪਾਲ ਜੀ, ਠੀਕ ਹੈ ਜੀ, ਬਹੁਤ ਘੱਟ ਸ਼ਬਦਾਂ 'ਚ ਕੀ ਕਹਿਣਾ ਚਾਹ ਰਹੇ ਸੀ ਤੁਸੀਂ? ਮੈਂ ਗਿਆਨੀ ਸਾਹਿਬ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਸੀ। ਗਿਆਨੀ ਸਾਹਿਬ, ਡਿਮਾਂਡ ਐਂਡ ਸਪਲਾਈ ਦੀ ਗੱਲ ਤਾਂ ਤੁਸੀਂ ਕਰਦੇ ਹੋ, ਐਮਐਸਪੀ ਦਾ ਕਾਨੂੰਨ ਵੀ ਇਹੀ ਕਾਨੂੰਨ ਮੰਗਦੇ ਆ। ਤੁਸੀਂ ਬਣਾ ਲਓ ਡਿਮਾਂਡ ਐਂਡ ਸਪਲਾਈ, ਇੰਨੀ ਡਿਮਾਂਡ ਇੰਨੀ ਸਪਲਾਈ, ਪੂਰੇ ਹਿੰਦੁਸਤਾਨ 'ਚ ਬੁਲਾਓ। ਜੋ ਚੀਜ਼ ਆਊਗੀ ਸੈਗਰੀਗੇਸ਼ਨ ਤੇ, ਅਸੀਂ ਤਾਂ ਕਹਿੰਦੇ ਸੀ, ਅਸੀਂ ਤਾਂ 4 ਲੱਖ ਮੰਡੀ ਵੀ ਨਵੀਂ ਬਣਾਉਣ ਦੀ ਗੱਲ ਕੀਤੀ ਸੀ, ਨਵੇਂ ਕੋਲਡ ਸਟੋਰੇਜ ਬਣਾਉਣ ਦੀ ਵੀ ਗੱਲ ਕੀਤੀ ਸੀ, ਨਵੀਆਂ ਮੰਡੀਆਂ ਵੀ ਬਣਾਉਣ ਦੀ ਗੱਲ ਕੀਤੀ ਸੀ। ਜਿਹੜੀ ਮੋਦੀ ਸਰਕਾਰ ਇਹ ਕਾਨੂੰਨ ਲੈ ਕੇ ਆਈ ਹੈ, ਇਹਨਾਂ ਨੇ ਉਦੋਂ ਪਹਿਲਾਂ ਕੋਈ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਕਿ ਨਹੀਂ ਕੀਤਾ? ਬਿਲਕੁਲ ਨਹੀਂ ਕੀਤਾ। ਤੁਸੀਂ ਬਣਾਓ, ਡਿਮਾਂਡ ਇੰਨੀ ਆ। ਮੈਂ ਤੁਹਾਡੇ ਤੇ ਨਾਲ ਦੀ ਨਾਲ ਰਿਐਕਸ਼ਨ ਇਹਦੇ ਤੇ ਵੀ ਚਾਹੂੰਗਾ। ਜਿਹੜੀ ਗੱਲ ਗਿਆਨੀ ਸਾਹਿਬ ਹੋਰਾਂ ਨੇ ਕਹੀ ਹੈ ਵੀ ਪੋਲੀਟੀਕਲ ਪਾਰਟੀਆਂ ਨੇ, ਕਾਂਗਰਸ ਹੋਵੇ ਦੂਜੀਆਂ ਹੋਣ, ਇਹ ਅੱਜ ਆਪਣੀ ਵੋਟ ਬੈਂਕ ਦੀ ਪੋਲਿਟਿਕਸ ਨੂੰ ਦੇਖ ਰਹੇ ਆ ਕਿਸਾਨਾਂ ਦੇ ਮੋਢੇ ਤੇ ਬੰਦੂਕ ਰੱਖ ਕੇ। ਦੇਖੋ, ਵੋਟ ਬੈਂਕ ਦੀ ਪੋਲਿਟਿਕਸ ਹੈਗੀ, ਕਿਸਾਨ ਸਮਝਦਾਰ ਨੇ, ਕਿਸਾਨ ਤੁਹਾਡੇ ਨਾਲ ਬੈਠੇ ਨੇ। ਤੁਸੀਂ ਵੀ ਇਕੱਲੇ ਕਿਸਾਨ ਨਾਲ ਜਾ ਕੇ ਗੱਲ ਕੀਤੀ ਹੈ। ਗੱਲ ਤਾਂ ਅੱਜ ਦੀ ਡੇਟ ਮੋਟਾ ਚੀਜ਼ ਹੈ ਕਿ ਰੋਟੀ, ਤੇ ਰੋਟੀ ਜਦੋਂ ਖੋਈ ਜਾਂਦੀ ਹੈ ਤਾਂ ਉਹਦਾ ਰਿਜ਼ਲਟ ਤਾਂ ਕੋਈ ਨਾ ਕੋਈ ਹੋਊਗਾ। ਬਰਾੜ ਸਾਹਿਬ, ਤੁਸੀਂ ਵੀ ਜਾਣਦੇ ਹੋ। ਗਿਆਨੀ ਸਾਹਿਬ, ਤੁਹਾਡਾ ਕਮੈਂਟ ਛੋਟਾ ਜਿਹਾ। ਠੀਕ ਹੈ, ਆਪਣੇ ਕੋਲ 2-3 ਮਿੰਟ ਬੱਚੇ ਨੇ, ਮੈਂ ਸਾਰਿਆਂ ਤੋਂ ਲੈ ਜਾਵਾਂ ਜੀ। ਤੁਸੀਂ ਗੱਲ ਨਹੀਂ ਸੁਣੋ ਪਿਆਰ। ਹਾਂਜੀ, ਕਿਸਾਨ ਆਗੂ ਵੀ ਬੈਠੇ ਨੇ, ਮੋਚਰਾ ਸਵਾਲ ਹੀ ਨਹੀਂ ਰੱਖੇ। ਕਿਸਾਨ ਆਗੂ ਬੈਠੇ ਨੇ, ਸਾਰੀ ਪਾਰਟੀਆਂ ਦੇ ਆਗੂ ਬੈਠੇ ਨੇ। ਠੀਕ ਹੈ, ਤੁਸੀਂ ਜਵਾਬ ਹੀ ਨਹੀਂ ਦਿੱਤਾ। ਤੁਸੀਂ ਕਹਿ ਰਹੇ ਹੋ ਭਾਈ 10 ਦਿਨਾਂ ਬਾਅਦ ਮੀਟਿੰਗ ਕਰਾਂਗੇ। ਚਲੋ ਠੀਕ ਹੈ, ਗਿਆਨੀ ਸਾਹਿਬ ਤੋਂ ਜਵਾਬ ਲੈ ਲਈਏ। ਹਾਂਜੀ, ਮੇਰਾ ਕਹਿਣਾ ਹੈ ਬਰਾੜ ਸਾਹਿਬ ਕਿ ਸਾਰੇ ਬੈਠੇ ਨੇ, ਕਾਂਗਰਸ ਦੇ ਬੈਠੇ ਨੇ, ਕਿਸਾਨ ਆਗੂ ਬੈਠੇ ਨੇ। ਅਸੀਂ ਕਹਿੰਦੇ ਕਿਸਾਨਾਂ ਦਾ ਮਸਲਾ ਮੁੱਕਣਾ ਚਾਹੀਦਾ ਹੈ ਔਰ ਕਿਸਾਨ ਸਾਡੇ ਵਾਸਤੇ ਅੰਦਾਤਾ। ਕੋਈ ਅਗਲੇ ਦਿਨਾਂ 'ਚ ਮੀਟਿੰਗ ਦੀ ਉਮੀਦ ਹੈ ਗਿਆਨੀ ਸਾਹਿਬ? ਮੀਟਿੰਗ ਤਾਂ ਕੱਲ ਕਰਾ ਦਈਏ। ਅਗਰ ਕਿਸਾਨ ਹਿੱਤ ਦੇ ਵਿੱਚ, ਕਿਸਾਨ ਦੇ ਫਾਇਦੇ ਦੀ ਗੱਲ ਕਰਨੀ ਹੋਵੇ, ਜਿਵੇਂ ਆਪਾਂ ਕਹਿੰਦੇ ਆ ਕਿ ਪਾਲਿਸੀ, ਉਹਦੇ ਵਾਸਤੇ ਮੈਂ ਕਿਸਾਨ ਜਥੇਬੰਦੀਆਂ ਨੂੰ ਕਈ ਵਾਰ ਕਹਿ ਚੁੱਕਾ। ਰਖਵਾਓ, ਉਸ ਤੋਂ ਬਾਅਦ ਵਿੱਚ ਜੋ ਗੱਲ ਹੋਏਗੀ ਸਭ ਸਾਹਮਣੇ ਆ ਜਾਏਗੀ। ਕਿਸਾਨ ਜਥੇਬੰਦੀਆਂ ਨੂੰ ਮੈਂ ਕਿਹਾ ਇੱਕ ਵਾਰੀ ਆਰਜੀ ਮੀਟਿੰਗ, ਪੁਆਇੰਟਸ ਵੀ ਇਹਨਾਂ ਦੇ ਸਾਡੇ ਏਜੰਡੇ ਨਾਲ ਮਿਲਣਾ, ਉਹਨਾਂ ਦਾ ਆਜੋ ਨਹੀਂ ਕੋਈ ਨਾ ਨਹੀਂ ਉਹਨਾਂ ਨੂੰ ਇੱਕ। ਹਾਂਜੀ ਗਿਆਨੀ ਸਾਹਿਬ, ਤੁਸੀਂ ਕੁਝ ਕਹਿ ਰਹੇ ਸੀ? ਹਾਂਜੀ, ਮੈਂ ਇਹ ਕਹਿ ਰਿਹਾ ਹਾਂ ਕਿ ਮੈਂ ਕਿਸਾਨ ਜਥੇਬੰਦੀਆਂ ਦੇ ਹੱਥ ਜੋੜ ਕੇ ਪ੍ਰਾਰਥਨਾ ਕਰਦਾ ਕਿ ਆਓ ਇੱਕ ਕੱਚਾ ਖਰੜਾ ਪਹਿਲੇ ਤਿਆਰ ਕਰ ਲਈਏ। ਕੱਚਾ ਖਰੜਾ ਤਾਲਮੇਲ ਕਰਕੇ, ਵਾਰਤਾਲਾਪ ਕਰਕੇ ਚੰਗਾ ਜਿਹੜਾ ਹੈ, ਅੱਛਾ ਰਿਜ਼ਲਟ ਹੈ, ਪਹਿਲਾਂ ਕੱਚਾ ਖਰੜਾ ਤਿਆਰ ਕਰਕੇ ਮੀਟਿੰਗ ਰਖਾ ਕੇ ਆਪਾਂ ਮੀਟਿੰਗ ਦੇ ਵਿੱਚ ਪਾਸ ਕਰਾ ਦਿੰਦੇ ਆ। ਸਰਕਾਰ ਮੰਨਣ ਨੂੰ ਤਿਆਰ ਹੈ। ਐਮਐਸਪੀ ਦੀ ਗਾਰੰਟੀ ਸਰਕਾਰ ਦੇਖੋ ਹੁਣ ਤੇਲ ਔਰ ਤਿਲਨ ਦੀ ਕਮੀ ਹੈ, ਤੇਲ ਦੀ ਕਮੀ ਹੈ, ਤੇ ਅਗਰ ਤੇਲ ਦਾ ਜਿਹੜਾ ਐਮਐਸਪੀ ਜ਼ਰੂਰੀ ਹੈ, ਮੈਂ ਮੰਨਦਾ ਐਮਐਸਪੀ, ਅਗਰ ਸਰੋਂ ਦਾ ਰੇਟ ਸਾਨੂੰ ਅੱਜ ਕਿਸਾਨਾਂ ਨੂੰ। ਚਲੋ ਇਸ ਵੇਲੇ ਸਵਾਲ ਮੀਟਿੰਗ ਦਾ ਹੀ ਹੈ ਜੀ, ਬਾਕੀ ਤਰਕ ਤੇ ਉਹਨਾਂ ਮੀਟਿੰਗਾਂ 'ਚ ਚੱਲਦੇ ਰਹਿਣਗੇ, ਉਹ ਕਿਸੇ ਇਹਨਾਂ ਨੇ ਕਰਨੇ ਆ, ਆਪਾਂ ਤਾਂ ਟੀਵੀ ਤੇ ਕਿੰਨੇ ਕੁ ਉਹਦੇ ਤਰਕ ਦੇ ਲਾਂਗੇ, ਹੈ ਨਾ। ਪਰ ਇਸ ਵੇਲੇ ਜ਼ਰੂਰੀ ਹੈ ਮੀਟਿੰਗ ਸਭ ਤੋਂ ਜ਼ਿਆਦਾ, ਤਾਂ ਹੀ ਇਸ ਮਸਲੇ ਦਾ ਕੋਈ ਹੱਲ ਨਿਕਲ ਸਕਦਾ ਹੈ। ਗਰੇਵਾਲ ਸਾਹਿਬ, ਬਹੁਤ ਛੋਟਾ ਜਿਹਾ ਕਮੈਂਟ, ਤੁਹਾਡਾ ਆਖਰੀ ਕਮੈਂਟ। ਕਿ ਮੋਦੀ ਸਾਹਿਬ ਨੇ ਕਾਨੂੰਨ ਵਾਪਸ ਕਿਉਂ ਨਹੀਂ ਲੈ ਲਏ ਜੀ? ਇੰਨਾ ਹੀ ਰੌਲਾ ਸੀ, ਨਵੇਂ ਸਿਰੇ ਤੋਂ ਬਣਾ ਲੈਂਦੇ। ਦੂਜੀ ਗੱਲ, ਪਲੀਏਵਾਲ ਸਾਹਿਬ ਨੂੰ ਥੋੜੇ ਕਰੈਕਟ ਕਰੂੰਗਾ। ਇਨਫਰਾਸਟ੍ਰਕਚਰ ਬਣਾਇਆ ਸਰ, ਇਨਫਰਾਸਟ੍ਰਕਚਰ ਅੰਬਾਨੀ ਅਦਾਨੀ ਨੇ ਸਾਰੇ ਪੰਜਾਬ ਹਰਿਆਣੇ 'ਚ ਬਣਾਇਆ, ਤੇ ਉਸ ਇਨਫਰਾਸਟ੍ਰਕਚਰ ਨੂੰ ਪ੍ਰੋਟੈਕਟ ਕਰਨ ਲਈ ਕਿਸਾਨਾਂ ਨੂੰ ਏਦਾਂ ਬਿਠਾਇਆ ਗਿਆ। ਤੇ ਜਦ ਹੀ ਇਹ ਉਹਨਾਂ ਦਾ ਸੈਲਫ ਇੰਟਰਸਟ ਤੇ ਫਾਈਨੈਂਸ਼ੀਅਲ ਇੰਟਰਸਟ ਜਿਹੜਾ ਵੀ ਵਿੱਚ ਇਨਵੋਲਵਡ ਹੈ, ਕਿਸਾਨਾਂ ਦਾ ਭਲਾ ਨਹੀਂ ਬੀਜੇਪੀ ਸਰਕਾਰ ਨੇ ਕਰਨਾ। ਕਲੇਸ਼ ਸਾਹਿਬ, ਆਖਰੀ ਕਮੈਂਟ, ਬਹੁਤ ਛੋਟਾ ਜਿਹਾ। ਮੈਂ ਤਾਂ ਇਹ ਗੱਲ ਕਹੂੰਗਾ ਜੀ ਕਿ ਬੀਜੇਪੀ ਆਪਣੀ ਕ੍ਰੈਡੀਬਿਲਿਟੀ ਗਵਾ ਚੁੱਕੀ ਹੈ, ਕਿਉਂਕਿ 3 ਕਾਨੂੰਨ ਜਿਹੜੇ ਪਹਿਲਾਂ ਇਹਨਾਂ ਨੇ ਆਪ ਕਿਹਾ ਕਿ ਅਸੀਂ 1.5-2 ਸਾਲ ਦੀ ਹੋਲਡ ਕਰ ਦਿੰਦੇ ਆ, ਫਿਰ 3 ਚੋਂ 1 ਇਹਨਾਂ ਦੀ ਪਾਰਲੀਮੈਂਟ ਕਮੇਟੀ ਨੇ ਪਾਸ ਕੀਤਾ। ਪਹਿਲੀ ਗੱਲ ਉਹ। ਔਰ ਦੂਜੀ ਗੱਲ, ਮੈਂ ਆਮ ਆਦਮੀ ਪਾਰਟੀ ਦੇ ਬੁਲਾਰੇ ਦਾ ਜਵਾਬ ਜ਼ਰੂਰ ਦੇ ਦਿਆਂ, ਜਿਹੜੇ ਕਹਿੰਦੇ ਕਿਸੇ ਸਰਕਾਰ ਨੇ ਨਹੀਂ ਕੀਤਾ। ਜਿਆਣੀ ਸਾਹਿਬ ਬੈਠੇ, ਬਲੀਆਵਾਲ ਸਾਹਿਬ ਬੈਠੇ ਨੇ,
ਅਗਰ ਕਿਸੇ ਨੇ ਕਿਸਾਨੀ ਲਈ ਕੀਤਾ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ। ਨਹਿਰੀ ਮਾਮਲਾ ਹੋਵੇ, ਚਾਹੇ ਬਿਜਲੀ ਬਿੱਲ ਮਾਫ ਕਰਨੇ ਟਰੈਕਟਰਾਂ ਦਾ ਹੋਵੇ, ਚਾਹੇ ਟਿਊਬਲ ਕਨੈਕਸ਼ਨ ਦੇਣੇ ਹੋਣ, ਹਰ ਚੀਜ਼ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ। ਮੰਡੀਕਰਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ। ਇਹ ਗੱਲਾਂ ਆਪਾਂ ਨੂੰ ਸੋਚ ਸਮਝ ਕੇ ਜਵਾਬ ਦੇਣੇ ਚਾਹੀਦੇ ਨੇ। ਐਲੀਗੇਸ਼ਨ ਨਹੀਂ ਜਿਹੜੀ ਇੱਕ ਮੀਟਿੰਗ ਦੀ ਦਰਕਾਰ ਕਰ ਰਹੇ ਹੈ ਜੀ। ਉਹ ਜਾਣ ਦਿਓ ਕਲੇਸ਼ ਸਾਹਿਬ ਜੀ। ਬੈਦਵਾਨ ਸਾਹਿਬ ਆਖਰੀ ਕਮੈਂਟ। ਪਾਰਲੀਮੈਂਟ ਦਾ ਸੈਸ਼ਨ ਹੋ ਜਵੇ ਜੀ ਜੁਆਇੰਟ, ਕੱਲੇ ਐਮਪੀ ਦੀ ਸਾਨੂੰ ਆਵੇ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਹੈ, ਯੈਸ ਔਰ ਨੋ। ਨਹੀਂ, ਜਿਵੇਂ 2024 ਦੀ ਵੋਟਾਂ ਦੇ ਸਾਨੂੰ ਪਤਾ ਲੱਗੇ ਸਾਹਿਬ ਕਹਿ ਰਹੇ ਨੇ ਕੌਣ ਹੈ। ਇਹ ਵੀ ਇੱਕ ਪਹਿਲਾਂ ਮੀਟਿੰਗ ਕਰ ਲਈ ਜਾਵੇ, ਉਹਦੇ ਵਿੱਚ ਖਰੜਾ ਮਿਲ ਜੇ। ਖੁਦ ਬੀਜੇਪੀ ਵਾਲੇ ਜੇ ਅੱਜ ਗੁਪਤ ਵੋਟਿੰਗ ਹੋ ਜਾਏ ਤਾਂ 90% ਲੋਕ ਹੈ ਜਿਹੜੇ ਕਹਿਣਗੇ ਕਿ ਕਾਨੂੰਨ ਰੱਦ ਹੋਣੇ ਚਾਹੀਦੇ। ਚਲੋ ਤੁਸੀਂ ਉਹ ਪੋਲੀਟੀਕਲ ਗੱਲਾਂ ਨੇ, ਤੁਸੀਂ ਅੱਜ ਦੀ ਡੇਟ ਚ ਆਪਾਂ ਕਿਸਾਨੀ ਮਸਲੇ ਤੇ ਬੈਠੇ ਆ। ਆਪਣੀ ਕੋਸ਼ਿਸ਼ ਇਹ ਹੈ ਕਿ ਇੱਕ ਮੀਟਿੰਗ ਬੁਲਾ ਲਈ ਜਾਵੇ, ਉਸ ਮੀਟਿੰਗ ਦੇ ਵਿੱਚ ਗੱਲਬਾਤ ਹੋਵੇ। ਬੀਜੇਪੀ ਦੇ ਬੰਦੇ ਛੱਡਣ ਨਾ ਛੱਡਣ, ਤੁਹਾਨੂੰ ਉਸ ਚੀਜ਼ ਨਾਲ ਮੇਰੇ ਹਿਸਾਬ ਨਾਲ ਮਤਲਬ ਨਹੀਂ ਹੋਣਾ ਚਾਹੀਦਾ। ਮਤਲਬ ਇਹ ਹੈ ਕਿ ਜੋ ਕਿ ਕਿਸਾਨਾਂ ਦੇ ਮੁੱਦੇ ਨੇ ਸਰਕਾਰ ਉਸ ਨੂੰ ਹੱਲ ਕਰੇ। ਜਾਨੀ ਸਾਹਿਬ ਆਖਰੀ ਕਮੈਂਟ। ਸਾਹਿਬ ਨੂੰ ਕਿਉਂ ਨਹੀਂ ਸਮਝਾਉਂਦੇ ਗੱਲਾਂ ਸਾਰੀਆਂ? ਜਾਨੀ ਸਾਹਿਬ ਇਕੱਠੇ ਹੋ ਕੇ ਮੇਰਾ ਤਾਂ ਕਹਿਣਾ ਹੈ ਬਰਾੜ ਮੇਰਾ ਕਹਿਣਾ ਹੈ ਵੀ ਕਿਸਾਨ ਜਥੇਬੰਦੀਆਂ ਕਿਸਾਨਾਂ ਦੇ ਸਰਕਾਰ ਜਿਹੜੀ ਚਿੱਠੀ ਗਈ ਹੈ ਉਹਦਾ ਜਵਾਬ ਦੇਗੀ। ਹੁਣ ਗੁੰਮਰਾਹ ਕੀਤਾ ਜਾ ਰਿਹਾ, ਯੈਸ ਔਰ ਨੋ ਤੇ ਨਹੀਂ ਮੀਟਿੰਗ ਹੋਣੀ। ਯੈਸ ਨੋ ਤੇ ਮੀਟਿੰਗ ਬਰਾੜ ਸਾਹਿਬ ਵਿਜੇਪਾਲ ਨਹੀਂ ਹੋਣੀ। ਯੈਸ ਨੋ ਦੀ ਕਾਹਦੀ ਮੀਟਿੰਗ ਹੋਈ? ਯੈਸ ਨੋ ਦੇ ਵਾਸਤੇ ਕੋਈ ਮੀਟਿੰਗ ਹੁੰਦੀ ਹੈ? ਹਾਂ ਕਰੋ ਜਾਂ ਨਾ ਕਰੋ, ਇਹ ਕੋਈ ਮੀਟਿੰਗ ਥੋੜੀ ਹੁੰਦੀ ਹੈ। ਮੈਂ ਕਿਹਾ ਸੀ ਜੀ ਨਿਊਜ਼ ਤੇ ਕਿ ਮੋਦੀ ਸਾਹਿਬ ਦੇ ਨਾਲ ਡਾਇਰੈਕਟ ਮੀਟਿੰਗ ਕਰਾਓ। ਮੀਟਿੰਗ ਹੋਣੀ ਹੈ, ਮੁੱਦੇ ਤੇ ਹੋਣੀ ਹੈ, ਕਿਸੇ ਤੇ ਯੈਸ ਨੋ ਤੇ ਮੀਟਿੰਗ ਹੋਣੀ ਹੈ। ਮੀਟਿੰਗ 'ਚ ਨਹੀਂ ਆਏ, ਅੱਗੇ ਉਹਨਾਂ ਨੂੰ ਚਾਬੀ ਭਰ ਕੇ ਭੇਜ ਦਿੰਦੇ ਜਿਹੜੇ ਟੱਸ ਤੋਂ ਮਾਸੂ ਨਾਲ ਲਿਮਟਾਂ ਤੋਂ ਅੱਗੇ ਨਹੀਂ ਆ ਸਕਦੇ। ਉਹ ਲੋਕ ਜਿਹੜੇ ਤੋਮਰ ਸਾਹਿਬ ਹੈ ਉਹ ਪਹਿਲੀ ਚਾਬੀ ਦਿੱਤੀ ਹੁੰਦੀ ਹੈ ਕਿ ਇਸ ਤੋਂ ਜ਼ਿਆਦਾ ਨਹੀਂ ਅਸੀਂ ਵਧਣਾ। ਚਲੋ ਠੀਕ ਹੈ। ਇਸ ਡਿਬੇਟ ਨੂੰ ਮੈਨੂੰ ਇੱਥੇ ਹੀ ਵਾਈਂਡ ਅਪ ਕਰਨਾ ਪਏਗਾ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਲਈ। ਪਰ ਇਸ ਵੇਲੇ ਸਵਾਲ ਉੱਥੇ ਦਾ ਉੱਥੇ ਹੀ ਖੜਾ ਹੈ, ਸਭ ਤੋਂ ਵੱਡਾ, ਕਿ ਕੀ ਅਗਲੇ ਦਿਨਾਂ 'ਚ ਕੋਈ ਬੈਠਕ ਹੋਏਗੀ? ਕੀ ਜਿਹੜੇ ਦਿੱਲੀ ਦੇ ਦਰਾਂ ਤੇ ਕਿਸਾਨ ਬੈਠੇ ਨੇ ਉਹਨਾਂ ਦਾ ਮਸਲਾ ਹੱਲ ਹੋਏਗਾ ਤੇ ਉਹ ਆਪਣੇ ਘਰਾਂ ਨੂੰ ਪਰਤਣਗੇ? 6 ਮਹੀਨੇ ਹੋ ਚੁੱਕੇ ਨੇ, ਅੱਜ 26 ਤਰੀਕ ਸੀ। ਇਸ ਕਰਕੇ ਰੋਸ ਵਜੋਂ ਕਾਲਾ ਦਿਵਸ ਮਨਾਇਆ ਗਿਆ ਕਿਸਾਨਾਂ ਵੱਲੋਂ, ਔਰ ਕਾਲੇ ਝੰਡੇ ਫਹਿਰਾ ਕੇ ਇੱਕ ਵਾਰ ਫਿਰ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜਲਦ ਤੋਂ ਜਲਦ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਏ। ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ ਤੇ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਇਸ ਖਬਰਾਂ ਦੇ ਪ੍ਰਾਈਮ ਟਾਈਮ 'ਚ ਫਿਲਹਾਲ ਇੰਨਾ ਛੋਟੇ ਜਿਹੇ